गुड मॉर्निंग स्टूडेंट, माय नेम इज़ हरप्रीत सिंह। आई एम ਲੈਕਚਰ ऑफ ਮਕੈਨੀਕਲ ਇੰਜੀਨੀਅਰਿੰਗ ਡਿਪਾਰਟਮੈਂਟ। ਸਾਡਾ ਸਬਜੈਕਟ ਚੱਲ ਰਿਹਾ ਸੀ RAC ਰੈਫਰੀਜਰੈਂਟ ਐਂਡ 에ਅਰ ਕੰਡੀਸ਼ਨ। ਠੀਕ ਆ, ਆਪਾਂ ਅੱਜ ਪੜ੍ਹਨਾ ਹੈ ਥਰਮੋਡਾਇਨਾਮਿਕ ਪ੍ਰੋਪਰਟੀ ਆਫ ਰੈਫਰੀਜਰੈਂਟ। ਥਰਮੋਡਾਇਨਾਮਿਕ ਪ੍ਰੋਪਰਟੀ ਕੀ ਹੈ ਰੈਫਰੀਜਰੈਂਟ ਦੀ। ਠੀਕ ਹੈ, ਸਭ ਤੋਂ ਵੱਧ ਹੈਗੀ ਆ ਪਹਿਲਾਂ ਬੋਇਲਿੰਗ ਟੈਂਪਰੇਚਰ। ਠੀਕ ਹੈ, ਕੋਈ ਬੋਇਲਿੰਗ ਹੁੰਦਾ ਉਬਲ ਜਾਣਾ ਜਾਂ ਉਬਾਲ ਸਾਡੇ, ਠੀਕ ਹੈ, ਬੋਇਲ ਕਰਨਾ ਕੁਛ ਚੀਜ਼। ਠੀਕ ਆ, ਦਾ ਬੋਇਲਿੰਗ ਟੈਂਪਰੇਚਰ ਆਫ ਦਾ ਰੈਫਰੀਜਰੈਂਟ ਐਟ ਐਟਮੋਸਫੇਅਰ ਪ੍ਰੈਸ਼ਰ ਸ਼ੁੱਡ ਬੀ ਲੋ। ਜਿਹੜਾ ਬੋਇਲਿੰਗ ਟੈਂਪਰੇਚਰ ਆਫ ਰੈਫਰੀਜਰੈਂਟ ਉਹਦਾ ਜਿਹੜਾ ਐਟਮੋਸਫੇਅਰ ਪ੍ਰੈਸ਼ਰ ਸ਼ੁੱਡ ਵੀ ਲੋ ਹੋਣਾ ਚਾਹੀਦਾ। ਇਫ ਦਾ ਬੋਇਲਿੰਗ ਟੈਂਪਰੇਚਰ ਆਫ ਦਾ ਰੈਫਰੀਜਰੈਂਟ ਇਜ਼ ਹਾਈ, ਜੇ ਉਹਦਾ ਟੈਂਪਰੇਚਰ ਹਾਈ ਹੁੰਦਾ ਆ, ਠੀਕ ਆ, ਐਟਮੋਸਫੇਅਰ ਪ੍ਰੈਸ਼ਰ ਦਾ ਕੰਪਰੈਸਰ ਸ਼ੁੱਡ ਬੀ ਆਪਰੇਟ ਐਟ ਹਾਈ ਵੈਕਿਊਮ, ਅਤੇ ਉਹਨੂੰ ਫਿਰ ਕੰਪਰੈਸਰ ਨੂੰ ਜਿਹੜਾ ਹਾਈ ਵੈਕਿਊਮ 'ਤੇ ਆਪਰੇਟ ਕਰਨਾ ਪੈਣਾ ਆ। ਠੀਕ ਆ, ਦਾ ਹਾਈ ਬੋਇਲਿੰਗ ਟੈਂਪਰੇਚਰ ਰਿਡਿਊਸ ਦਾ ਕਪੈਸਿਟੀ, ਜਿਹੜਾ ਹਾਈ ਬੋਇਲਿੰਗ ਟੈਂਪਰੇਚਰ ਆ ਉਹਨੂੰ ਘਟਾ ਦਿੰਦਾ ਹੈ ਦਾ ਕਪੈਸਿਟੀ ਆਫ ਐਂਡ ਆਪਰੇਟਿੰਗ ਕਾਸਟ ਆਫ ਦਾ ਸਿਸਟਮ। ਠੀਕ ਆ, ਉਹਦੀ ਜਿਹੜੀ ਕਪੈਸਿਟੀ ਆ ਅਤੇ ਆਪਰੇਟਿੰਗ ਕਾਸਟ ਨੂੰ ਘਟਾ ਦਿੰਦਾ ਹੈ। ਠੀਕ ਆ, ਦਾ ਫੋਲੋਇੰਗ ਟੇਬਲ ਸ਼ੋ ਦਾ ਬੋਇਲਿੰਗ ਟੈਂਪਰੇਚਰ ਐਟ ਐਟਮੋਸਫੇਅਰ ਪ੍ਰੈਸ਼ਰ ਆਫ ਦਾ ਸਮ ਕਾਮਨਲੀ ਯੂਜ਼ ਰੈਫਰੀਜਰੈਂਟ। ਠੀਕ ਆ, ਸਾਡੇ ਰੈਫਰੀਜਰੈਂਟਾਂ ਲਿਖੇ ਲਈ ਨੀਚੇ ਪਏ R11 R12 ਜਾਂ R21। ਠੀਕ ਹੈ, ਇਹਨਾਂ ਦੇ ਬੋਇਲਿੰਗ ਟੈਂਪਰੇਚਰ ਲਿਖੇ ਪਏ ਆ +23 -29 +9। ਠੀਕ ਆ, ਇਹ ਤੁਹਾਡੇ, ਠੀਕ ਹੈ, ਰੈਫਰੀਜਰੈਂਟ ਸਾਰੇ ਇੱਧਰ ਸਾਰੇ ਇਹਨਾਂ ਦੇ ਬੋਇਲਿੰਗ ਲਿਖੇ ਪਏ ਆ। ਠੀਕ ਆ, ਇਹ ਸਾਡੇ ਮੇਨ ਆ, ਯਾਨੀ ਕਿ ਆਪਣਾ ਜਿਹੜਾ ਮੇਨ ਹੁੰਦਾ ਉਹਦੇ ਵਿੱਚ ਹੈਗਾ ਇੱਕ ਅਮੋਨੀਆ ਆ ਵਾਲਾ। ਠੀਕ ਹੈ, -33.3। ਠੀਕ ਹੈ, ਇਹਦਾ ਬੋਇਲਿੰਗ ਪੁਆਇੰਟ ਇਹ ਕਾਫੀ ਐਗਜ਼ਾਮ 'ਚ ਪੁੱਛਿਆ ਜਾਂਦਾ ਹੈ। ਠੀਕ ਹੈ, ਇਹਨੂੰ ਵੀ ਯਾਦ ਚੰਗੀ ਤਰ੍ਹਾਂ ਕਰ ਲਿਓ। ਠੀਕ ਹੈ, ਨੈਕਸਟ ਆ ਜੋ freezing temperature. The freezing temperature of the refrigerant should be well below the operating evaporator temperature. ਠੀਕ ਆ, ਇਹਦਾ ਕੀ ਹੈ ਮਤਲਬ, ਦਾ ਫਰੀਜ਼ਿੰਗ ਟੈਂਪਰੇਚਰ ਆਫ ਰੈਫਰੀਜਰੈਂਟ, ਜਿਹੜਾ ਫਰੀਜ਼ਿੰਗ ਟੈਂਪਰੇਚਰ ਆ ਰੈਫਰੀਜਰੈਂਟ ਦਾ ਸ਼ੁੱਡ ਬੀ ਵੈਲ ਬਿਲੋ, ਉਹ ਘੱਟ ਹੋਣਾ ਚਾਹੀਦਾ ਆਪਰੇਟਿੰਗ ਵੈਪੋਰੇਟਰ ਟੈਂਪਰੇਚਰ ਨਾਲ। ਜਿਹਦੇ ਵਿੱਚ ਵੈਪੋਰੇਟਰ ਜਿੱਥੇ ਤੁਹਾਡੀ ਕੋਈ ਸਬਸਟੈਂਸ ਪਿਆ ਆ ਉੱਥੇ ਜਿਹੜਾ ਠੰਡਾ ਹੋਣਾ ਉਹ ਤੋਂ ਘੱਟ ਹੋਣਾ ਚਾਹੀਦਾ ਹੈ। since the freezing temperature of most of the refrigerant are below -35°C. ठीक है, these properties taken into consideration only in low temperature operation. The following table show the freezing temperature of some common refrigerant. ठीक है, ਰੈਫਰੀਜਰੈਂਟ ਦੇ ਆਹ ਫਰੀਜ਼ਿੰਗ ਟੈਂਪਰੇਚਰ ਆ। ਠੀਕ ਆ, ਇਹਨਾਂ ਫਰੀਜ਼ਿੰਗ ਟੈਂਪਰੇਚਰ ਇਹ ਵੀ ਤੁਸੀਂ ਯਾਦ ਕਰਨੇ ਆ। ਠੀਕ ਹੈ, ਠੀਕ ਹੈ, ਨੈਕਸਟ ਦੇਖੋ critical temperature and pressure. The critical temperature of the refrigerant is the highest temperature at which it can condense to a liquid. ठीक है, ਜਿਹਦੇ ਵਿੱਚ condense to a liquid regardless of higher pressure. It should be above the highest condensing temperature that might be encountered. If the critical temperature of the refrigerant is too near the desired condensing temperature, the excessive power consumption result. The following table show the critical temperature and pressure for the commonly used refrigerant. The critical temperature for most of the common refrigerant is well above the normal condensing temperature, which is expansion of carbon dioxide whose critical temperature is 31°C. ठीक है, देखो ये critical temperature ਤੇ pressure ਆ। ठीक है, ਆ ਦੇਖੋ ਆ ਇਹਦਾ ਟੈਂਪਰੇਚਰ ਆ। ਠੀਕ ਆ, ਅਤੇ ਇੱਧਰ ਇਹਨਾਂ ਦੇ ਟੈਂਪਰੇਚਰ ਅਤੇ ਇਹਨਾਂ ਦੇ ਪ੍ਰੈਸ਼ਰ ਆ। ਠੀਕ ਆ, ਪ੍ਰੈਸ਼ਰ ਅਤੇ ਟੈਂਪਰੇਚਰ। ਠੀਕ ਆ, ਨੈਕਸਟ ਦੇਖੋ ਕੋਫੀਸ਼ੀਐਂਟ ਆਫ ਪਰਫਾਰਮੈਂਸ ਐਂਡ ਪਾਵਰ ਰਿਕੁਆਇਰਮੈਂਟ। ਕੋਫੀਸ਼ੀਐਂਟ ਆਫ ਪਰਫਾਰਮੈਂਸ COP ਐਂਡ ਪਾਵਰ ਰਿਕੁਆਇਰਮੈਂਟ। ਠੀਕ ਆ, ਫੋਰ ਐਨ ਆਈਡੀਅਲ ਰੈਫਰੀਜਰੈਂਟ ਆਪਰੇਟਿੰਗ between -15°C evaporator temperature and 30°C condenser temperature. The theoretical coefficient of performance for the reverse Carnot cycle is 5.74. The following table show the value of the theoretical coefficient of the performance and the power per ton of refrigerant for the some common refrigerant operating between -15°C evaporator temperature ਐਂਡ 30°C ਕੰਡੈਂਸਰ ਟੈਂਪਰੇਚਰ। ਠੀਕ ਆ, R11 ਇਹਨਾਂ ਦੇ ਕੋਫੀਸ਼ੀਐਂਟ ਆਫ ਪਰਫਾਰਮੈਂਸ COP, ਜਿਹੜੀ ਆਪਾਂ COP ਜਿਹਦੇ ਆਪਾਂ ਕੱਢਦੇ ਹਾਂ। ਠੀਕ ਹੈ, ਕਿੰਨਾ ਵਰਕ ਕਿੰਨਾ ਹੀਟ ਪ੍ਰੋਡਿਊਸ, ਕਿੰਨਾ ਰੈਫਰੀਜਰੈਂਟ ਇਫੈਕਟ ਹੋਇਆ ਅਪੋਨ ਕਿੰਨਾ ਵਰਕ ਲੱਗਾ। ਠੀਕ ਆ, COP। ਠੀਕ ਆ, ਆਪਾਂ ਜਿਹੜੀ ਫਾਈਂਡ ਕਰ ਦੇਗੇ ਫਰੋਮ ਦਾ ਅਬਵ ਟੇਬਲ ਵੀ ਸੀ ਦੈਟ R11 ਹੈਜ਼ ਦਾ ਕੋਫੀਸ਼ੀਐਂਟ ਆਫ ਪਰਫਾਰਮੈਂਸ ਇਜ਼ ਇਕੁਅਲ ਟੂ 5.09। ਠੀਕ ਹੈ, ਜਿਹੜਾ R11 ਦਾ 5.09 ਹੈ ਵਿਚ ਇਜ਼ ਕਲੋਜ਼ਰ ਟੂ ਦਾ ਕਾਰਨੋਟ ਵੈਲਿਊ ਸਾਈਕਲ ਦੇ ਕਲੋਜ਼ਰ। ਦਾ ਅਦਰ ਰੈਫਰੀਜਰੈਂਟ ਹੈਵ ਆਲਸੋ ਕੁਆਇਟ
high value of the coefficient of performance except R744 carbon dioxide, which has the value of the coefficient performance as 2.56 with the power requirement of 1.372 kilowatt per ton of the refrigerant. This is due to the low critical point and the condensing temperature is very close to it, which is 30 degrees Celsius practically. All common refrigerant have approximately the same coefficient of the performance and the power requirement. ठीक है. ਨੈਕਸਟ ਦੇਖ ਲਓ ਲੇਟੈਂਟ ਹੀਟ ਵੈਪਰਾਈਜੇਸ਼ਨ। ਲੇਟੈਂਟ ਹੀਟ ਹੁੰਦਾ ਜਿਹਦੇ ਵਿੱਚ ਨਾ ਤੁਹਾਡਾ ਫੇਸ ਚੇਂਜ ਹੋ ਜਾਂਦਾ। ਲੇਟੈਂਟ ਹੀਟ ਉਹਨੂੰ ਆਪਾਂ ਲੇਟੈਂਟ ਹੀਟ ਕਹਿੰਦੇ ਆ। ਠੀਕ ਆ। ਇਹ ਰੈਫਰੀਜਰੈਂਟ ਸ਼ੁੱਡ ਹੈਵ ਏ ਹਾਈ ਲੇਟੈਂਟ ਹੀਟ ਆਫ ਵੈਪਰਾਈਜੇਸ਼ਨ ਐਟ ਵੀ ਦਾ ਵੈਪੋਰੇਟਰ ਟੈਂਪਰੇਚਰ। ਦਾ ਹਾਈ ਲੇਟੈਂਟ ਹੀਟ ਰਿਜ਼ਲਟ ਇਨ ਹਾਈ ਰੈਫਰੀਜਰੈਂਟ effect per kg refrigerant circulated, which reduce the mass of the refrigerant to be circulated per ton of the refrigeration. Table 8.10 shows the refrigerant effect of the common refrigerant operating between -15 degrees Celsius evaporator temperature and 30 degrees Celsius condenser temperature. It also shows the latent heat mass of refrigerant circulated per ton of the refrigeration and the volume of the liquid refrigerant per ton of refrigeration. Next देखो specific volume. The specific volume of the refrigerant vapor at evaporator temperature indicate the theoretical displacement of the compressor. The reciprocating compressor are used with the refrigerant have high pressure and low volume of the suction vapor. The centrifugal or turbo compressor are used with the refrigerant having low pressure and high volume of the suction vapor. The rotary compressor are used with the refrigerant have intermediate pressure and volume of the suction vapor. ठीक है। ਇਹਦੇ ਵਿੱਚ ਦੇਖੋ ਸਪੈਸੀਫਿਕ ਵੋਲੀਅਮ ਹੋ ਗਿਆ, ਲੇਟੈਂਟ ਹੀਟ ਹੋ ਗਿਆ। ਲੇਟੈਂਟ ਨੂੰ ਜਿਹਦੇ ਸਾਡਾ ਫੇਸ ਚੇਂਜ ਹੁੰਦਾ। ਸਪੈਸੀਫਿਕ ਵੋਲੀਅਮ ਯਾਨੀ ਕਿ ਵੋਲੀਅਮ ਚ ਸਾਡਾ ਠੀਕ ਹੈ ਵੋਲੀਅਮ ਆਫ ਸੈਕਸ਼ਨ ਵੈਪਰ ਟੂ ਕੰਪਰੈਸ, ਜਿਹੜਾ ਕਿ ਸਾਡਾ ਕੰਪਰੈਸ ਹੋਣਾ ਕੋਈ ਚੀਜ਼। ਠੀਕ ਆ, ਕਿੰਨੀ ਹੋਣੀ ਚਾਹੀਦੀ ਹੈ। ਠੀਕ ਹੈ। ਇਹ ਤੁਹਾਡਾ ਇਹ ਸੀਗਾ ਥਰਮੋਡਾਇਨਾਮਿਕ ਪ੍ਰੋਪਰਟੀਜ਼ ਸੀਗੀਆਂ ਤੁਹਾਡੀਆਂ। ਠੀਕ ਹੈ। ਓਕੇ, ਥੈਂਕ ਯੂ।